ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ ਜੋ ਕਿ PSSB ਕਲਰਕ ਦੀ ਜੋ ਟਾਈਪਿੰਗ ਟੈਸਟ ਚੱਲ ਰਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਉਹਦੇ ਵਿੱਚ ਅੱਜ ਤੀਸਰਾ ਦਿਨ ਸੀ ਤੇ ਤੀਸਰੇ ਦਿਨ ਦੇ ਵਿੱਚ 24 ਜੁਲਾਈ 2022 ਨੂੰ ਜੋ ਕਿ ਅੱਜ ਜੋ 3 ਸ਼ਿਫਟਾਂ ਹੋਈਆਂ ਸੀ ਉਹਦਾ ਰਿਵਿਊ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ। ਠੀਕ ਹੈ ਜੀ। ਸੋ ਬਹੁਤ ਸਾਰੇ ਕੈਂਡੀਡੇਟਸ ਨੇ ਮੈਸੇਜ ਕੀਤੇ ਨੇ ਕਿ ਉਹਨਾਂ ਦਾ ਟੈਸਟ ਜ਼ਿਆਦਾਤਰ ਕਲੀਅਰ ਹੀ ਹੋ ਰਿਹਾ ਵਾ। ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦੇ ਵੀ ਟੈਸਟ ਕਲੀਅਰ ਹੋ ਰਹੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਸੋ ਜਿਨ੍ਹਾਂ ਦਾ ਵੀ ਟੈਸਟ ਕਲੀਅਰ ਹੋ ਰਿਹਾ ਵਾ ਉਹਦੇ ਅਕੋਰਡਿੰਗ ਜਿਸ ਹਿਸਾਬ ਦੇ ਨਾਲ ਕੈਂਡੀਡੇਟ ਐਬਸੈਂਟ ਰਹਿ ਰਹੇ ਨੇ ਜਾਂ ਕੁਆਲੀਫਾਈ ਨਹੀਂ ਕਰ ਰਹੇ ਤਾਂ ਉਹਨਾਂ ਸਭ ਦਾ ਨੰਬਰ ਹੀ ਆਉਣ ਦੀ ਸੰਭਾਵਨਾ ਹੈ ਕਿ ਸਭ ਦਾ ਨੰਬਰ ਆ ਸਕਦਾ ਵਾ। ਹੁਣ ਦੇਖੋ ਜੀ, ਇਸ ਵਾਰ ਜੋ ਕਿ ਫਸਟ ਡੇ ਆਪਾਂ ਦੇਖ ਰਹੇ ਸੀਗੇ, ਫਸਟ ਡੇ ਦੇ ਵਿੱਚ ਕੁਝ ਕੈਂਡੀਡੇਟ ਕਹਿ ਰਹੇ ਸੀਗੇ 60-40 ਦਾ ਰੇਸ਼ੀਓ ਰਹਿ ਰਿਹਾ। ਮਤਲਬ ਕਿ 60% ਕੈਂਡੀਡੇਟ ਜੇਕਰ ਆਪਾਂ 100 ਮਗਰ ਲਾਈਏ, ਠੀਕ ਆ, ਸੌਖੇ ਆਪਾਂ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਜੇਕਰ 100 ਦੇ ਵਿੱਚੋਂ 60 ਕੈਂਡੀਡੇਟ, ਮੰਨ ਲਓ ਕਿ 60 ਕੈਂਡੀਡੇਟ ਆਪਣੇ ਟੈਸਟ ਕੁਆਲੀਫਾਈ ਕਰ ਰਹੇ ਨੇ ਤੇ 40 ਕੈਂਡੀਡੇਟ ਜੇਕਰ ਆਪਾਂ ਇਹ ਪਹਿਲੇ ਦਿਨ ਦੀ ਗੱਲ ਕਰ ਰਿਹਾ ਜੀ ਮੈਂ, ਤਾਂ 40 ਕੈਂਡੀਡੇਟ ਜੋ ਸੀਗੇ 40 ਕੈਂਡੀਡੇਟ ਆਪਾਂ ਔਨ ਐਵਰੇਜ ਆਪਾਂ ਮਿਲਾ ਕੇ ਚੱਲ ਸਕਦੇ ਹਾਂ ਕਿ ਜਾਂ ਤਾਂ ਉਹ ਕੁਆਲੀਫਾਈ ਨਹੀਂ ਕਰ ਪਏ ਸੀ, ਠੀਕ ਆ, ਨਾਟ ਕੁਆਲੀਫਾਈ ਨਹੀਂ ਕਰ ਪਏ ਰਹੇ ਸੀ, ਜਾਂ ਉਹ ਐਬਸੈਂਟ ਸੀ ਕਿਸੇ ਵੀ ਰੀਜ਼ਨ ਕਰਕੇ, ਚਾਹੇ ਉਹਨਾਂ ਦਾ ਨੰਬਰ ਕਿਸੇ ਹੋਰ ਭਰਤੀ ਦੇ ਵਿੱਚ ਆਇਆ, ਚਾਹੇ ਉਹਨਾਂ ਦਾ ਕੋਈ ਹੋਰ ਨਿੱਜੀ ਕਾਰਨ ਵੀ ਹੋ ਸਕਦਾ ਵਾ। ਸੋ ਇਹ ਵਾਲੀ ਚੀਜ਼ ਹੈ, ਜਾਂ ਜਿਨ੍ਹਾਂ ਦੀ ਤਿਆਰੀ ਨਹੀਂ ਸੀ। ਸੋ ਇਹ ਤਾਂ ਸੀਗਾ ਜੀ ਡਾਟਾ ਆਪਣਾ ਪਹਿਲੇ ਦਿਨ ਦਾ। ਹੁਣ ਦੂਸਰੇ ਦਿਨ ਦਾ ਜਿਹੜਾ ਕਿ ਕੱਲ੍ਹ ਆਪਾਂ ਟੈਸਟ ਲਿਆ ਸੀ ਉਹਦੇ ਵਿੱਚ ਥੋੜ੍ਹਾ ਜਿਹਾ ਕੁਝ ਕੈਂਡੀਡੇਟ ਨੇ ਕਿਹਾ ਸੀ ਕਿ 50-50 ਦਾ ਰੇਸ਼ੀਓ ਆ ਰਿਹਾ ਵਾ, ਕਿ 50-50 ਦਾ ਰੇਸ਼ੀਓ ਮਤਲਬ 50 ਕੈਂਡੀਡੇਟ ਆਪਾਂ ਕਹਿ ਸਕਦੇ ਹਾਂ ਕਿ 50 ਕੈਂਡੀਡੇਟ ਟੈਸਟ ਪਾਸ ਕਰ ਰਹੇ ਨੇ ਤੇ 50 ਕੈਂਡੀਡੇਟ ਜਾਂ ਤਾਂ ਐਬਸੈਂਟ ਰਹਿ ਰਹੇ ਨੇ ਤੇ ਜਾਂ ਆਪਣੇ ਕੈਂਡੀਡੇਟ ਆਪਣੇ ਨਾਟ ਕੁਆਲੀਫਾਈਡ ਹੋ ਰਹੇ ਨੇ। ਸੋ ਅੱਜ ਦੀ ਆਪਾਂ ਗੱਲ ਕਰੀਏ ਤਾਂ 24 ਜੁਲਾਈ ਦਾ, ਠੀਕ ਆ। ਸੋ ਓਵਰਆਲ ਆਪਾਂ ਨੂੰ ਥੋੜਾ ਅੰਦਾਜ਼ਾ ਹੋ ਰਿਹਾ ਸੀ ਕੱਲ੍ਹ ਕਿ ਹਾਂ 60-40 ਦਾ ਰੇਸ਼ੀਓ ਓਵਰਆਲ ਰਹਿ ਸਕਦਾ ਵਾ। ਪਰ ਅੱਜ ਵੀ ਬਹੁਤ ਸਾਰੇ ਕੈਂਡੀਡੇਟਸ ਦੇ ਮੈਸੇਜ ਆਏ ਤੇ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਵੀ ਮੈਂ ਚੈੱਕ ਕੀਤਾ, ਜੋ ਇੱਕ PSSB ਕਲਰਕ ਨਾਮ ਦਾ ਇੱਕ ਗਰੁੱਪ ਬਣਿਆ ਹੋਇਆ ਟਾਈਪਿੰਗ ਟੈਸਟ ਦਾ, ਤਾਂ ਉਹਦੇ ਵਿੱਚ ਵੀ ਜ਼ਿਆਦਾਤਰ ਕੈਂਡੀਡੇਟਸ ਨੇ ਇਹੀ ਕਿਹਾ ਵਾ ਕਿ 50-50 ਦਾ ਰੇਸ਼ੀਓ ਰਹਿ ਰਿਹਾ ਵਾ ਤੇ ਕਿ 50 ਕੈਂਡੀਡੇਟ ਪਾਸ ਕਰ ਰਹੇ ਨੇ ਤੇ 50 ਕੈਂਡੀਡੇਟ ਜਾਂ ਤਾਂ ਐਬਸੈਂਟ ਹੋ ਰਹੇ ਨੇ ਜਾਂ ਆਪਣਾ ਹੋ ਰਹੇ ਨੇ ਨਾਟ ਕੁਆਲੀਫਾਈਡ, ਠੀਕ ਹੈ ਜੀ। ਹੁਣ ਉਹ ਵੈਰੀ ਕਿੱਥੇ ਕਰਦਾ ਜੀ? ਹੁਣ ਜੇਕਰ ਆਪਾਂ ਗੱਲ ਕਰੀਏ ਤਾਂ 5600 ਕੈਂਡੀਡੇਟ ਸੀਗੇ, ਠੀਕ ਹੈ। 5600 ਕੈਂਡੀਡੇਟ ਨੂੰ ਆਪਾਂ ਅਪਰੋਕਸ ਮੰਨ ਕੇ ਚੱਲਦੇ ਹਾਂ, ਠੀਕ ਆ, ਕਿ 5600 ਕੈਂਡੀਡੇਟ ਕਲਰਕ ਦੀ ਭਰਤੀ ਲਈ ਬੁਲਾਏ ਸੀ। ਹੁਣ ਆਪਾਂ 50-50 ਦਾ ਰੇਸ਼ੀਓ ਵੀ ਲਾ ਕੇ ਚੱਲੀਏ ਤਾਂ 2800 ਕੈਂਡੀਡੇਟ ਆਪਾਂ ਮੰਨ ਸਕਦੇ ਹਾਂ, ਠੀਕ ਆ, ਕਿ 2800 ਕੈਂਡੀਡੇਟ ਨੇ ਜਿਹੜੇ ਉਹ ਆਪਣਾ ਟੈਸਟ ਪਾਸ ਕਰ ਰਹੇ ਨੇ, ਠੀਕ ਹੈ। 2800 ਬਟ ਪੋਸਟਾਂ ਕਿੰਨੀਆਂ ਨੇ? 3008। ਹੁਣ ਤੁਸੀਂ ਦੇਖੋਗੇ ਕਿ ਇਹ ਵਾਲੀਆਂ ਪੋਸਟਾਂ ਜਿਹੜੀਆਂ ਤੁਸੀਂ ਦੇਖੋਗੇ ਜਿਹੜੇ ਆਪਣੇ ਕੈਂਡੀਡੇਟ ਜਿਹੜੇ ਬੱਚੇ ਨੇ, ਮਤਲਬ ਕਿ ਮੰਨ ਲਓ ਕਿ ਆਹ ਜਿਹੜੇ ਕੈਂਡੀਡੇਟ ਨੇ 208 ਪੋਸਟਾਂ ਬਚ ਰਹੀਆਂ ਨੇ, ਤਾਂ ਇਹਦੇ ਲਈ ਜ਼ਰੂਰੀ ਨਹੀਂਗਾ ਉਹ ਕਿ ਸਿਰਫ ਤੇ ਸਿਰਫ 208 ਕੈਂਡੀਡੇਟ ਹੀ ਬੁਲਾਉਣਗੇ। ਉਹ ਘੱਟੋ ਘੱਟ ਇਸ ਤੋਂ 3 ਗੁਣਾ 4 ਗੁਣਾ ਜਾਂ 1000 ਕੈਂਡੀਡੇਟ ਵੀ ਆਪਾਂ ਮੰਨ ਸਕਦੇ ਹਾਂ। ਇਹਨਾਂ ਨੂੰ ਇਹ ਜਸਟ ਇੱਕ ਆਈਡੀਆ, ਆਪਾਂ ਰਫਲੀ ਆਈਡੀਆ, ਬਾਕੀ ਆਪਾਂ ਨੂੰ ਕੱਲ੍ਹ ਨੂੰ ਕਲੀਅਰ ਹੋਏਗਾ ਕਿ ਕੱਲ੍ਹ ਨੂੰ ਕੀ ਰੇਸ਼ੀਓ ਰਹਿੰਦੀ ਆ ਅਲੱਗ-ਅਲੱਗ ਲੈਬਸ ਦੇ ਵਿੱਚ ਜੋ ਟੈਸਟ ਹੁੰਦਾ ਵਾ। ਹੁਣ ਇੱਕ ਚੀਜ਼ ਦੇਖਣਯੋਗ ਗੱਲ ਇਹਦੇ ਵਿੱਚ ਇੱਕ ਹੋਰ ਵੀ ਬਣਦੀ ਆ ਕਿ ਨਵੀਂ ਲਿਸਟ ਆ ਸਕਦੀ ਆ ਕਿ ਨਹੀਂ। ਸਭ ਤੋਂ ਵੱਡਾ ਸਵਾਲ ਇਹ ਆ ਰਿਹਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਅੱਜ ਦੇ ਟੈਸਟ ਬਾਰੇ ਦੱਸ ਦੇਵਾਂ ਕਿ ਜਿਹੜਾ ਅੱਜ ਦਾ ਟੈਸਟ ਹੋਇਆ ਸੀ ਜੋ 24 ਜੁਲਾਈ ਨੂੰ ਹੋਇਆ, 3 ਸ਼ਿਫਟਾਂ, ਉਹਦੇ ਵਿੱਚ ਕੁਝ ਕੈਂਡੀਡੇਟ ਦਾ ਕਹਿਣਾ ਹੈ ਕਿ ਜੋ ਪਹਿਲੇ ਦਿਨ ਜਾਂ ਦੂਸਰੇ ਦਿਨ ਜੋ ਟੈਸਟ ਆਏ ਸੀਗੇ ਜੋ ਪੰਜਾਬੀ ਦੇ ਖਾਸ ਕਰ, ਤਾਂ ਉਹਦੇ 'ਚ ਕਰੋਨਾ ਵਾਇਰਸ ਦੇ ਨਾਮ ਨਾਲ ਕਰੋਨਾ ਵਾਇਰਸ ਤੇ ਪੰਜਾਬੀ ਦੇ ਵਿੱਚ ਪੈਰੇ ਆ ਰਹੇ ਸੀ, ਜਿਹਦੇ ਵਿੱਚ ਕਿ ਥੋੜ੍ਹੇ ਜਿਹੇ ਵੱਡੇ ਨਾਮ ਆ ਰਹੇ ਸੀ, ਠੀਕ ਆ, ਕੁਝ ਚੰਕ ਦੇ ਵਿੱਚ। ਸੋ ਵੈਸੇ ਓਵਰਆਲ ਪੈਰਾ ਬਹੁਤ ਈਜ਼ੀ ਆ ਰਿਹਾ। ਜਿਨ੍ਹਾਂ ਦਾ ਕੱਲ੍ਹ ਨੂੰ ਤੇ ਪਰਸੋਂ ਨੂੰ ਟੈਸਟ ਆ ਤਾਂ ਉਹਨਾਂ ਲਈ ਆਲ ਦੀ ਬੈਸਟ, ਬਹੁਤ ਸੌਖਾ ਪੈਰਾ ਆ ਰਿਹਾ। ਜੇਕਰ ਤੁਹਾਡੀ ਘਰੇ 30-32 ਸਪੀਡ ਵੀ ਆ ਰਹੀ ਹੈ ਤਾਂ ਉੱਥੇ ਤੁਸੀਂ ਆਰਾਮ ਦੇ ਨਾਲ ਟੈਸਟ ਕਲੀਅਰ ਕਰ ਲਓਗੇ। ਹੁਣ ਦੇਖਣਯੋਗ ਗੱਲ ਜਿਹੜੀ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਕਰੋਨਾ ਵਾਇਰਸ ਦੇ ਉੱਤੇ ਆ ਰਿਹਾ ਵਾ, ਠੀਕ ਆ, ਪੈਰਾ। ਇਹੀ ਪੈਰਾ ਕੁਝ ਕੈਂਡੀਡੇਟ ਕਹਿ ਰਹੇ ਨੇ ਕੱਲ੍ਹ ਜਾਂ ਪਰਸੋਂ ਇੱਕ ਸ਼ਿਫਟ 'ਚ ਆਇਆ ਸੀ, ਅੱਜ ਵੀ ਮਾਰਨਿੰਗ ਸ਼ਿਫਟ ਦੇ ਵਿੱਚ ਸੇਮ ਉਹੀ ਪੈਰਾ ਆ ਰਿਹਾ ਵਾ। ਸੋ ਇਹਦਾ ਮਤਲਬ ਇਹ ਆ ਕਿ ਅੱਗੇ ਵੀ ਸੇਮ ਟੂ ਸੇਮ ਜੇਕਰ ਉਹਨਾਂ ਨੇ ਔਖਾ ਕਰਨਾ ਹੁੰਦਾ, ਲੈਵਲ ਥੋੜ੍ਹਾ ਜਿਹਾ ਡਿਫੀਕਲਟ ਕਰਨਾ ਹੁੰਦਾ ਤਾਂ ਉਹਨਾਂ ਨੇ ਅੱਜ ਕਰ ਦੇਣਾ ਸੀਗਾ ਡਿਫੀਕਲਟ। ਜੇਕਰ ਉਹ ਪੁਰਾਣੇ ਪੈਰੇ ਦੁਬਾਰਾ ਤੋਂ ਰਿਪੀਟ ਕਰ ਰਹੇ ਨੇ ਜਿਹੜੇ ਕਿ ਕੈਂਡੀਡੇਟ ਦੇ ਕਹਿਣ ਮੁਤਾਬਕ ਹੈ ਕਿ ਕਰੋਨਾ ਵਾਇਰਸ ਦੇ ਉੱਤੇ ਆ ਰਿਹਾ ਵਾ, ਵੇਰੀਐਂਟ ਦੇ ਉੱਤੇ ਆ ਰਿਹਾ ਵਾ, ਤਾਂ ਸਿਰਫ ਇਹੀ ਇਹਨਾਂ ਦੇ ਸਿੰਬਲ ਉਹਨਾਂ ਦੇ ਉਸ ਹਿਸਾਬ ਨਾਲ ਕੀਤਾ ਕਿ ਇੱਕ ਤਾਂ ਆਹ ਸਿੰਬਲ ਰਿਪੀਟ ਹੋ ਰਹੇ ਨੇ Alt 58 ਤੇ 59 ਵਾਲੇ, ਤੇ ਇੱਕ ਆਪਣੀ ਬ੍ਰੈਕਟ ਆ ਰਹੀ ਆ, ਇੱਕ ਆਪਣਾ ਘੁੰਮ ਆ ਰਿਹਾ, ਇੱਕ ਆਪਣੀ ਬਿੰਦੀ ਆ ਰਹੀ ਆ, ਠੀਕ ਆ। ਇਹ ਤਾਂ ਹੋ ਗਈ ਗੱਲ ਕਿ ਪੰਜਾਬੀ ਦੇ ਵਿੱਚ ਇਹ ਆ ਰਹੇ ਨੇ। ਇੱਕ ਨਾ ਪੰਜਾਬੀ ਦੇ ਵਿੱਚ ਪੈਰ ਦੇ ਵਿੱਚ ਅੱਖਰ ਆ ਰਹੇ ਨੇ, ਠੀਕ ਆ। ਪੈਰ ਦੇ ਵਿੱਚ ਅੱਖਰ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਕਰਕੇ ਜਾਣਾ ਵਾ, ਠੀਕ ਆ। ਪੈਰ ਦੇ ਵਿੱਚ ਅੱਖਰ ਜ਼ਰੂਰ ਆ ਰਹੇ ਨੇ। ਸੋ ਉਹ ਥੋੜ੍ਹਾ ਜਿਹਾ ਤੁਹਾਨੂੰ ਲੱਗੇਗਾ ਕਿ ਹਾਂ ਥੋੜ੍ਹਾ, ਪਰ ਜੇਕਰ ਤੁਹਾਡੀ ਪ੍ਰੈਕਟਿਸ ਕੀਤੀ ਹੋਈ ਆ ਤਾਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਕਿਉਂਕਿ ਆਲਟ ਕੋਡ ਦੇ ਨਾਲੋਂ ਇਹਦੀ ਗਿਣਤੀ ਅਗਰ ਆਪਾਂ ਇਹ ਪਾਉਣੇ ਸੌਖੇ ਨੇ, ਠੀਕ ਹੈ ਜੀ। ਸੋ ਇਹ ਹੋ ਗਿਆ ਆਪਣਾ ਰਿਵਿਊ, ਠੀਕ ਆ, ਅੱਜ ਦਾ। ਸੋ ਸਾਰਿਆਂ ਦੇ ਵਿੱਚ ਪੰਜਾਬੀ ਦੇ ਵਿੱਚ ਇਹ ਇਸ ਤਰ੍ਹਾਂ ਰਿਵਿਊ ਆ ਰਹੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਇੰਗਲਿਸ਼ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੰਗਲਿਸ਼ ਦੇ ਵਿੱਚ ਜੋ ਵੀ ਕੈਂਡੀਡੇਟ ਨੇ ਜੋ ਕਿ ਟੈਸਟ ਦਿੱਤਾ ਉਹ ਸਭ ਕਹਿ ਰਹੇ ਨੇ ਕਿ ਥੋੜ੍ਹਾ ਜਿਹਾ ਮਤਲਬ ਮੋਡਰੇਟ ਆ ਰਿਹਾ ਵਾ, ਮਤਲਬ ਕਿ ਕੈਪੀਟਲ ਵਰਡ ਆ ਗਿਆ, ਮੰਨ ਲਓ ABCD। ਸੋ ਪਹਿਲਾ ਅੱਖਰ ਕੈਪੀਟਲ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ, ਕਈ ਵਾਰ ਵਿੱਚ ਉਹਨਾਂ ਦਾ ਇਸ ਤਰ੍ਹਾਂ ਦਿੱਤਾ ਹੁੰਦਾ ਵਾ
ਕਿ ਇਸ ਤਰ੍ਹਾਂ ਦੀ ਕੋਈ ਸਿੰਬਲ ਆ ਜਾਊਗਾ 2005 ਆ ਗਿਆ, ਠੀਕ ਆ। ਸੋ ਇਸ ਤਰ੍ਹਾਂ ਦਾ ਆ ਜਾਊਗਾ, ਜਾਂ 2004 ਲਿਖ ਕੇ ਇੱਕ ਬਿੰਦੀ ਆ ਜੂ, ਕੋਮਾ ਆ ਜੂ, ਬਿੰਦੀਆਂ ਲਾ ਕੇ। ਸੋ ਇਸ ਤਰ੍ਹਾਂ ਦੇ ਆ ਰਹੇ ਨੇ ਤੇ ਅੱਖਰ ਥੋੜੇ ਜਿਹੇ ਵੱਡੇ ਆ ਰਹੇ, ਮਤਲਬ 7 ਤੋਂ 8 ਵਰਡ ਦਾ ਅੱਖਰ ਆ ਰਿਹਾ ਵਾ। ਜੇਕਰ ਕਿਸੇ ਨੂੰ ਇੰਗਲਿਸ਼ ਦਾ ਪੈਰਾ ਥੋੜਾ ਜਿਹਾ ਮੋਡਰੇਟ ਲੈਵਲ, ਔਖਾ ਲੈਵਲ ਨਹੀਂ ਆਪਾਂ ਕਹਿ ਸਕਦੇ, ਥੋੜਾ ਜਿਹਾ ਮੋਡਰੇਟ ਦਾ ਮਤਲਬ ਇਹ ਆ ਕਿ ਥੋੜਾ ਜਿਹਾ ਧਿਆਨ ਨਾਲ ਟਾਈਪ ਕਰੋ, ਕਿਉਂਕਿ ਇੰਗਲਿਸ਼ ਦੇ ਪੈਰੇ ਫੇਰ ਵੀ ਕੈਂਡੀਡੇਟ, ਇੱਕ ਚੀਜ਼ ਦਾ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਵਾਂ, ਫੇਰ ਵੀ ਕੈਂਡੀਡੇਟ ਬਹੁਤ ਵਧੀਆ ਤਰੀਕੇ ਨਾਲ 2-2 3-3 ਮਿੰਟ ਪਹਿਲਾਂ ਪੈਰੇ ਖਤਮ ਕਰ ਰਹੇ ਨੇ। ਹੁਣ ਕੁਝ ਕੈਂਡੀਡੇਟ 1 ਨੰਬਰ ਪੈਰੇ ਤੇ 2 ਨੰਬਰ ਪੈਰੇ ਦੇ ਉੱਤੇ ਆਪਣਾ ਹੋ ਰਹੇ ਨੇ, ਡਰ ਰਹੇ ਨੇ। ਸਭ ਤੋਂ ਪਹਿਲਾਂ ਡੈਮੋ ਦੇਖ ਕੇ ਡਰ ਰਹੇ ਨੇ, ਉਹ ਨਹੀਂ ਤੁਸੀਂ ਡਰਨਾ। ਉਹ ਸਿਰਫ ਵੱਡੇ ਅੱਖਰ ਤਾਂ ਦਿੱਤੇ ਹੋਏ ਨੇ, ਗੁਰਮੁਖੀ ਅੱਖਰ ਤਾਂ ਦਿੱਤੇ ਹੋਏ ਨੇ ਕਿ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤੇ ਉਸ ਟਾਈਮ ਦੇ ਉੱਤੇ ਪ੍ਰੈਕਟਿਸ ਕਰ ਰਹੇ ਹੋ, ਸਿਰਫ ਅੱਖਰ ਚੈੱਕ ਕਰਨ ਲਈ ਤੁਹਾਡੀ ਉਹ ਹੈ। ਉਹਦੇ ਵਿੱਚ ਤੁਸੀਂ ਸਪੀਡ ਤੇ ਨਹੀਂ ਜਾਣਾ, ਸਿਰਫ ਉਹਦੇ ਵਿੱਚ ਤੁਸੀਂ ਆਪਦੀ ਕੀਜ਼ ਚਲਾ ਕੇ ਦੇਖਣੀ ਹੈ ਤੇ ਆਪਦੇ ਹੱਥ ਪੂਰੇ ਸੈੱਟ ਕਰ ਦੇਣੇ ਆ, ਕਿਉਂਕਿ 3-3 ਮਿੰਟ ਬਹੁਤ ਹੁੰਦੇ ਨੇ ਜੇਕਰ ਤੁਹਾਡੇ ਡੈਮੋ ਦੇ ਵਿੱਚ ਹੋ ਰਿਹਾ ਵਾ, ਠੀਕ ਆ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਵਾਂ ਕਿ ਜੇਕਰ ਤੁਹਾਡਾ ਡੈਮੋ ਦੇ ਵਿੱਚ ਨਹੀਂ ਵੀ ਹੁੰਦਾ, ਮੰਨ ਲਓ ਡੈਮੋ ਦੇ ਵਿੱਚ ਤੁਹਾਡੀ 27 ਦੀ ਸਪੀਡ ਆਈ ਆ, ਪਰ ਫਿਰ ਵੀ ਤੁਹਾਡਾ ਉੱਥੇ 30+ ਸਪੀਡ ਜ਼ਰੂਰ ਆਏਗੀ, ਕਿਉਂਕਿ ਡੈਮੋ ਵਾਲੀ ਜਿਹੜੀ ਆਪਣਾ ਜੋ ਉਹਨਾਂ ਦੇ ਵਰਡ ਦਿੱਤੇ ਹੋਏ ਨੇ ਉਹ ਥੋੜ੍ਹੇ ਜਿਹੇ ਮਤਲਬ ਸਾਰੇ ਵਰਡ ਆਪਣੇ ਦਿੱਤੇ ਹੋਏ ਨੇ, ਮਤਲਬ ਉਹਨੂੰ ਆਪਾਂ ਵਰਡ ਨਹੀਂ ਕਹਿ ਸਕਦੇ, ਉਹਨੂੰ ਆਪਾਂ ਕਰੈਕਟਰ ਕਹਿ ਸਕਦੇ ਹਾਂ ਕਿ ਹਾਂ ਆਪਾਂ ਕਰੈਕਟਰ ਪਾਏ ਨੇ, ਕਰੈਕਟਰ ਪਾਉਣੇ ਸਿੱਖੇ ਨੇ, ਠੀਕ ਆ। ਉਹਦੇ ਵਿੱਚ ਸਿੱਖੇ ਨਹੀਂ ਮਤਲਬ ਕਿ ਹਾਂ ਆਪਾਂ ਟੈਸਟ ਕੀਤੇ ਨੇ ਕੀਬੋਰਡ ਦੇ, ਠੀਕ ਆ। ਬਸ ਇੱਕ ਵਾਰੀ ਪਾ ਕੇ ਦੇਖ ਲਿਆ, ਆਪਾਂ ਨੂੰ ਥੋੜ੍ਹਾ ਜਿਹਾ ਕੌਨਫੀਡੈਂਸ ਲਈ ਵੀ ਵਧੀਆ ਤੇ ਆਪਾਂ ਨੂੰ ਕੀਬੋਰਡ ਵੀ ਪਤਾ ਲੱਗ ਜਾਂਦਾ ਕਿ ਹਾਂ ਸਾਰੇ ਚੱਲ ਰਹੇ ਆ ਕਿ ਨਹੀਂ। ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕੀ ਅਗਲੀ ਲਿਸਟ ਆ ਸਕਦੀ ਹੈ, ਠੀਕ ਆ। ਸੋ ਸਭ ਤੋਂ ਪਹਿਲਾਂ ਤਾਂ ਦੇਖੋ ਜੀ 3000 ਪੋਸਟਾਂ ਨੇ ਜੀ। ਜੇਕਰ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਕਿੰਨੇ ਵੀ ਕੈਂਡੀਡੇਟ ਇਸ ਟਾਈਮ ਦੇ ਉੱਤੇ ਕੁਆਲੀਫਾਈ ਕਰਦੇ ਨੇ, ਚਾਹੇ ਅਗਲੀ ਲਿਸਟ ਆਏਗੀ, ਠੀਕ ਆ ਸਕਦੀ ਆ ਅਗਲੀ ਲਿਸਟ। ਹੁਣ ਦੇਖੋ ਜੀ ਇਹਦੇ ਵਿੱਚ ਤੁਸੀਂ ਦੇਖੋਗੇ ਕਿ 200+ ਪੋਸਟਾਂ ਹੈਗੀਆਂ ਨੇ ਕਲਰਕ IT ਦੀਆਂ ਤੇ 200+ ਪੋਸਟਾਂ ਹੈਗੀਆਂ ਨੇ ਤੁਹਾਡੇ ਕੋਲੇ ਕਲਰਕ ਅਕਾਊਂਟਸ ਦੀਆਂ। ਇਹਦੇ ਵਿੱਚ ਤੁਸੀਂ ਦੇਖੋਗੇ ਕਿ ਕੁਝ ਕੈਂਡੀਡੇਟ ਸੇਮ ਹੋਣਗੇ, ਕੁਝ ਕੈਂਡੀਡੇਟ, ਸਾਰੇ ਨਹੀਂ ਮੈਂ ਕਹੂੰਗਾ ਕਿ 200 ਹੀ ਸੇਮ ਹੋਣਗੇ, ਤਾਂ ਕੁਝ ਕੈਂਡੀਡੇਟ ਸੇਮ ਹੋਣਗੇ। ਉਹ ਜਾਂ ਤਾਂ ਕਲਰਕ ਜੁਆਇਨ ਕਰਨਗੇ ਜਾਂ ਆਪਣੇ ਕਲਰਕ IT ਜਾਂ ਕਲਰਕ ਅਕਾਊਂਟਸ ਜੁਆਇਨ ਕਰਨਗੇ। ਸੋ ਮੇਰੇ ਅਕੋਰਡਿੰਗ ਜ਼ਿਆਦਾਤਰ ਕੈਂਡੀਡੇਟ ਜੋ ਕਲਰਕ ਅਕਾਊਂਟਸ ਹੋ ਗਏ, ਜਿਨ੍ਹਾਂ ਨੇ ਅਕਾਊਂਟਸ ਦਾ ਦਿੱਤਾ, ਉਹ ਜ਼ਿਆਦਾਤਰ ਇਹਨਾਂ ਦੇ ਵਿੱਚ ਜਾਣਾ ਪ੍ਰੈਫਰ ਕਰਦੇ ਆ। ਉਹ ਬਾਅਦ ਵਿੱਚ ਉਹਨਾਂ ਦੀ ਆਪਦੀ ਚੁਆਇਸ ਆ ਕਿ ਉਹਨਾਂ ਨੂੰ ਕਿਹੜਾ ਡਿਪਾਰਟਮੈਂਟ ਮਿਲਦਾ, ਕਿਹੜਾ ਡਿਸਟ੍ਰਿਕਟ ਮਿਲਦਾ ਵਾ, ਉਹਦੇ ਅਕੋਰਡਿੰਗ ਉਹ ਚੂਜ਼ ਕਰਨਗੇ। ਮਤਲਬ ਕਿ ਆ 400 ਕੈਂਡੀਡੇਟ ਦੇ ਵਿੱਚੋਂ ਜੇਕਰ ਆਪਾਂ ਅੱਧੇ ਕੈਂਡੀਡੇਟ ਵੀ ਮੰਨ ਕੇ ਚੱਲੀਏ ਕਿ ਦੂਸਰੇ ਦੇ ਵਿੱਚੋਂ ਹੋਣਗੇ, ਤਾਂ 200 ਸੀਟਾਂ ਹੋਰ ਉਹਦੇ ਵਿੱਚ ਪਲੱਸ ਹੋ ਸਕਦੀਆਂ ਨੇ। ਪਲੱਸ ਹੋਣ ਦਾ ਮਤਲਬ ਇਹ ਆ ਕਿ ਲਿਸਟ ਆਉਣ ਦੀ ਪੂਰੀ ਸੰਭਾਵਨਾ ਵਾ, ਚਾਹੇ ਘੱਟ ਕੈਂਡੀਡੇਟਸ ਦੀ ਹੀ ਆਵੇ। ਹੁਣ ਕੁਝ ਕੈਂਡੀਡੇਟ ਕਹਿ ਰਹੇ ਨੇ ਕਿ ਹੁਣ ਜਿੱਦਾਂ ਕਿ ਆਪਾਂ ਗੱਲ ਕਰਦੇ ਹਾਂ SC M&B ਜਾਂ ਆਪਣਾ ਫਰੀडम ਫਾਈਟਰ ਹੋ ਗਿਆ, ਸਪੋਰਟਸ ਹੋ ਗਿਆ, ਠੀਕ ਹੈ ਜੀ, ਫਿਜ਼ੀਕਲ ਹੈਂਡੀਕੈਪ ਕੈਟਾਗਰੀ ਹੋ ਗਈ, ESM ਕੈਟਾਗਰੀ ਹੋ ਗਈ। ਇਹ ਕੈਂਡੀਡੇਟ ਦੇ ਮੈਸੇਜ ਆ ਰਹੇ ਨੇ ਕਿ ਕੀ ਜੇ ਅਗਲੀ ਲਿਸਟ ਆਏਗੀ ਸਾਡਾ ਨਾਮ ਆਏਗਾ। ਇਹਨਾਂ ਦੇ ਵਿੱਚੋਂ ਕਿਸੇ ਦੀ ਵੀ ਅਗਲੀ ਲਿਸਟ ਨਹੀਂ ਆਉਣ ਵਾਲੀ, ਠੀਕ ਹੈ ਜੀ, ਕਿਉਂਕਿ ਇਹ ਪਹਿਲਾਂ ਹੀ ਇਹਨਾਂ ਨੇ 400+ ਸਾਰਿਆਂ ਨੂੰ ਪਹਿਲੀ ਵਾਰੀ 'ਚ ਬੁਲਾ ਲਿਆ ਹੋਇਆ। ਜੇਕਰ ਲਿਸਟ ਆਏਗੀ ਤਾਂ ਜਰਨਲ ਕੈਟਾਗਰੀ ਦੀ ਆਏਗੀ, EWS ਦੀ ਆਏਗੀ, BC ਕੈਟਾਗਰੀ ਦੀ ਆਏਗੀ, SC RO ਕੈਟਾਗਰੀ ਦੀ ਆਏਗੀ। ਬਸ ਇਹ ਵਾਲੀਆਂ ਕੈਟਾਗਰੀ ਦੀਆਂ 4 ਕੈਟਾਗਰੀਆਂ ਦੀ ਲਿਸਟ ਆ ਸਕਦੀ ਆ, ਜੇਕਰ ਇਹਦੇ ਵਿੱਚ ਬੋਰਡ ਨੂੰ ਲੱਗਿਆ ਕਿ ਹਾਂ ਪੂਰੇ ਨੰਬਰ ਆਫ ਕੈਂਡੀਡੇਟ ਉਹਨੇ ਅਵੇਲੇਬਲ ਨੇਗੇ। ਕਿਉਂਕਿ 50-50 ਦਾ ਰੇਸ਼ੀਓ ਜੋ ਆਖਰ ਤੱਕ ਮੇਨਟੇਨ ਰਹਿੰਦਾ ਵਾ ਤਾਂ ਪੱਕਾ ਲਿਸਟ ਆ ਸਕਦੀ ਆ। ਸੋ 50 ਤੋਂ ਥੱਲੇ ਵੀ ਜਾ ਸਕਦਾ ਵਾ, ਕਿਉਂਕਿ ਕੁਝ ਕੈਂਡੀਡੇਟ ਦੇ ਕਹਿਣ ਦੇ ਮੁਤਾਬਕ ਅੱਜ ਜਿਹੜੀਆਂ ਕੁਝ ਸ਼ਿਫਟਾਂ ਹੋਈਆਂ ਨੇ ਉਹਦੇ ਵਿੱਚ 40-50 ਦਾ 40-60 ਦਾ ਮਤਲਬ 40 ਕੈਂਡੀਡੇਟ ਇਦਾਂ ਦੇ ਰਹੇ ਨੇ ਕੁਝ ਸ਼ਿਫਟਾਂ ਦੇ ਵਿੱਚ, ਕੁਝ ਮਤਲਬ ਸ਼ਿਫਟ ਦੀਆਂ ਕੁਝ ਲੈਬਸ ਦੇ ਵਿੱਚ ਕਿ 40% ਕੈਂਡੀਡੇਟ ਨੇ ਜਿਹੜੇ ਉਹ ਕੁਆਲੀਫਾਈ ਕਰ ਰਹੇ ਨੇ ਤੇ 60% ਕੈਂਡੀਡੇਟ ਜਾਂ ਤਾਂ ਐਬਸੈਂਟ ਆ ਰਹੇ ਨੇ ਤੇ ਜਾਂ ਕੀ ਆ ਰਹੇ ਨੇ ਜਾਂ ਆਪਣੇ ਕੁਆਲੀਫਾਈ ਨਹੀਂ ਕਰ ਰਹੇਗੇ। ਮਤਲਬ ਇਸ ਤਰ੍ਹਾਂ ਦੇ ਨਾਲ ਗੱਲ ਕਰ ਰਹੇ ਹਾਂ ਆਪਾਂ ਕਿ ਹਾਂ 50-50 ਵੀ ਜੇਕਰ ਆਪਾਂ ਲਾਈਏ ਤਾਂ ਵੀ ਇੱਕ ਲਿਸਟ ਆਉਣ ਦੀ ਪੂਰੀ ਸੰਭਾਵਨਾ, ਉਹ ਹੁਣ ਬਾਅਦ 'ਚ ਪਤਾ ਲੱਗੇਗਾ। ਲਿਸਟ ਦਾ ਮਤਲਬ ਇਹ ਨਹੀਂਗਾ ਕਿ ਹੁਣ ਕਿਹੜੇ ਕੈਂਡੀਡੇਟ ਐਬਸੈਂਟ ਹੋਏ ਨੇ, ਹੁਣ ਇਹਦਾ ਮਤਲਬ ਇਹ ਥੋੜ੍ਹੀ ਆ ਕਿ ਕੋਈ ਹੋਰ ਕੈਟਾਗਰੀ ਮਤਲਬ ਕਿ ESM ਕੈਟਾਗਰੀ ਆਪਾਂ ਲਗਾ ਲੈਂਦੇ ਹਾਂ ਜਾਂ ਫਰੀडम ਫਾਈਟਰ ਕੈਟਾਗਰੀ ਲੈ ਲੈਂਦੇ ਹਾਂ। ਜੇਕਰ ਇਹਦੇ ਕੈਂਡੀਡੇਟ ਜ਼ਿਆਦਾ ਮਿਸ ਕਰ ਰਹੇ ਨੇ ਤਾਂ ਇਹਦਾ ਮਤਲਬ ਫੇਰ ਤਾਂ ਲਿਸਟ ਆਉਣ ਦੀ ਸੰਭਾਵਨਾ ਹੈ ਨਹੀਂ ਗੀ, ਠੀਕ ਹੈ ਜੀ। ਸੋ ਜੇਕਰ ਇਹੀ ਆ ਕਿ ਜਰਨਲ ਕੈਟਾਗਰੀ ਦੇ ਵਿੱਚ ਮੰਨ ਲਓ ਕਿ ਕਿੰਨੇ ਵੀ ਕੈਂਡੀਡੇਟ ਨੂੰ ਬੁਲਾਇਆ, ਮੰਨ ਲਓ 200 ਕੈਂਡੀਡੇਟ ਨੂੰ ਬੁਲਾਇਆ ਵਾ, ਠੀਕ ਆ, ਜਰਨਲ ਕੈਟਾਗਰੀ ਦੇ ਵਿੱਚ ਜਸਟ ਰਫਲੀ ਆਈਡੀਆ ਲਿਆ ਵਾ ਆਪਾਂ, ਤੇ ਇਹਦੇ ਵਿੱਚੋਂ ਜੇਕਰ 50 ਕੈਂਡੀਡੇਟ ਐਬਸੈਂਟ ਹੋ ਰਹੇ ਨੇ ਜਿਹੜੇ ਟੋਟਲ ਨੰਬਰ ਆਫ 'ਚੋਂ ਹੋ ਰਹੇ ਨੇ ਤਾਂ ਇਹਦੀ ਲਿਸਟ ਆਏਗੀ। SC ਕੈਟਾਗਰੀ RO ਦੇ ਵਿੱਚੋਂ ਕਿੰਨੇ ਹੋ ਰਹੇ ਨੇ ਤਾਂ ਉਹਦੀ ਲਿਸਟ ਆਏਗੀ, ਤਾਂ ਉਸ ਅਕੋਰਡਿੰਗ ਹੀ ਲਿਸਟ ਆਏਗੀ ਕਿ ਜਿਹੜੀ ਕੈਟਾਗਰੀ ਦੇ ਵਿੱਚੋਂ ਜ਼ਿਆਦਾਤਰ ਕੈਂਡੀਡੇਟ ਐਬਸੈਂਟ ਹੋਣਗੇ, ਠੀਕ ਆ। ਸੋ ਇਹ ਆਪਾਂ ਨੂੰ ਹੁਣ 2-4 ਦਿਨ ਦੇ ਵਿੱਚ ਪਤਾ ਲੱਗ ਜਾਏਗਾ ਜਦੋਂ ਕਿ ਟਾਈਪਿੰਗ ਟੈਸਟ ਆਪਣਾ ਖਤਮ ਹੋ ਜਾਏਗਾ, ਠੀਕ ਆ। ਸੋ ਬਾਕੀ ਰਹੀ ਗੱਲ, ਤੁਸੀਂ ਆਪਦਾ ਕੌਨਫੀਡੈਂਟ ਰਹੋ। 25 ਤਰੀਕ ਨੂੰ ਜਿਨ੍ਹਾਂ ਦਾ ਵੀ ਟੈਸਟ ਆ ਤੇ 26 ਤਰੀਕ ਨੂੰ ਉਹ ਕੌਨਫੀਡੈਂਟ ਹੋ ਕੇ ਜਾਓ। ਜਿਨ੍ਹਾਂ ਦੀ ਵੀ ਘਰੇ 29 ਤੋਂ ਪਲੱਸ ਵੀ ਸਪੀਡ ਆ ਰਹੀ ਹੈ, ਜੇਕਰ 29 ਵੀ ਤੁਹਾਡੀ ਸਪੀਡ ਆ ਰਹੀ ਆ ਤਾਂ ਤੁਸੀਂ ਉੱਥੇ ਜਾ ਕੇ ਸੇਫ ਹੋ ਸਕਦੇ ਹੋ ਜੇਕਰ ਤੁਸੀਂ ਘਬਰਾਓ ਨਾ, ਠੀਕ ਹੈ ਜੀ। ਨਰਵਸ ਨਹੀਂ ਹੋਣਾ ਤੁਸੀਂ, ਸਭ ਤੋਂ ਪਹਿਲਾਂ ਤਾਂ ਉੱਥੇ ਬਿਲਕੁਲ ਵੀ ਉੱਥੇ ਨਰਵਸ ਹੋਣ ਵਾਲੀ ਕੋਈ ਦਿੱਕਤ ਵਾਲੀ ਗੱਲ ਨਹੀਂ। ਇੱਕ ਵਾਰੀ ਬਹੁਤ ਸਾਰੇ ਕੈਂਡੀਡੇਟ ਇਹੋ ਜਿਹੇ ਨੇ ਜਿਹੜੇ ਕਿ ਪਹਿਲੇ ਪੈਰੇ ਦੇ ਵਿੱਚ ਲਗਭਗ ਹਰੇਕ ਕੈਂਡੀਡੇਟ ਥੋੜ੍ਹਾ ਨਰਵਸ ਫੀਲ ਕਰਦਾ। ਵੈਸੇ ਤਾਂ ਡੈਮੋ ਦੇ ਵਿੱਚ ਤੁਹਾਡੀ ਨਰਵਸਨੈਸ ਜੋ ਵੀ ਤੁਹਾਡਾ
ਘਬਰਾਹਟ ਹੋਏਗੀ ਉਹ ਠੀਕ ਹੋ ਜਾਏਗੀ। ਜੇਕਰ ਫਿਰ ਵੀ ਤੁਹਾਨੂੰ ਘਬਰਾਹਟ ਹੋਈ ਤਾਂ ਸਿਰਫ ਇੱਕ ਪੈਰੇ 'ਚ ਘਬਰਾਹਟ ਹੋਏਗੀ। ਥੋੜ੍ਹਾ ਜਿਹਾ ਲੰਬਾ ਸਾਹ ਲੈ ਕੇ ਤੁਸੀਂ ਇੱਕ ਵਾਰੀ ਲੱਗੇ ਰਹਿਣਾ ਵਾ, ਟਾਈਪਿੰਗ ਕਰੀ ਜਾਣੀ ਆ, ਅਤੇ ਇਹ ਨਹੀਂ ਸੋਚਣਾ ਜ਼ਿਆਦਾ ਟਾਈਮ ਨਾ ਦੇਖਿਓ। ਉਸ ਤੋਂ ਬਾਅਦ ਮਤਲਬ 2 ਪੈਰਿਆਂ ਦੇ ਵਿੱਚ ਤੁਹਾਨੂੰ ਘਬਰਾਹਟ ਹੋ ਰਹੀ ਹੈ, ਜ਼ਿਆਦਾ ਟਾਈਮ ਨਾ ਦੇਖਿਓ, ਆਰਾਮ ਦੇ ਨਾਲ ਆਪਦੀ ਟਾਈਪਿੰਗ ਕਰੀ ਜਾਇਓ। ਹੌਲੀ ਹੌਲੀ ਤੁਸੀਂ ਦੇਖੋਗੇ ਕਿ ਆਪਣੇ ਆਪ ਤੁਹਾਡੀ ਸਪੀਡ ਵੱਧਦੀ ਜਾਏਗੀ, ਅਤੇ ਆਰਾਮ ਦੇ ਨਾਲ ਜੇਕਰ ਤੁਹਾਡੀ ਘਰੇ 35+ ਸਪੀਡ ਆ ਰਹੀ ਆ ਕਿਸੇ ਵੀ ਕੈਂਡੀਡੇਟ ਦੀ, ਉਹ ਕੈਂਡੀਡੇਟ ਸਮੇਂ ਤੋਂ ਪਹਿਲਾਂ ਟੈਸਟ ਪੂਰਾ ਕਰੇਗਾ। ਜੇਕਰ ਚਾਹੇ ਉਸ ਦੀ ਪਹਿਲੇ 2 ਪੈਰਿਆਂ 'ਚ ਵੀ ਘਬਰਾ ਗਿਆ, ਚਾਹੇ 3 'ਚ ਵੀ ਘਬਰਾ ਗਿਆ, ਉਹਨੇ ਆਖਰ ਤੱਕ ਇਹ ਨਹੀਂ ਸੋਚਣਾ ਕਿ ਮੇਰਾ ਟੈਸਟ ਰਹਿ ਗਿਆ, ਉਹਨੇ ਇਹੀ ਸੋਚਣਾ ਕਿ ਮੇਰੀ 35+ ਆ ਰਹੀ ਆ, ਮੈਂ ਕਵਰ ਕਰ ਲਾਂਗਾ। ਜੇਕਰ ਤੁਹਾਡਾ ਪਹਿਲੇ ਵਾਲੇ ਦੇ ਵਿੱਚ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਜੇਕਰ ਤੁਸੀਂ ਕਾਫੀ ਬਹੁਤ ਜ਼ਿਆਦਾ ਪਿੱਛੇ ਰਹਿ ਗਏ ਤਾਂ ਗੱਲ ਹੋਰ ਆ। ਬਾਕੀ ਜਿਹੜੇ ਕੈਂਡੀਡੇਟ ਦੀ 35+ ਸਪੀਡ ਆ ਰਹੀ ਸੀ, ਉਹ ਤਾਂ ਪੂਰੀ ਤਰ੍ਹਾਂ ਆਪਦੇ ਆਪ ਨੂੰ ਸਿਕਿਉਰ ਮੰਨ ਕੇ ਚੱਲੋ। ਸਿਕਿਉਰ ਦਾ ਮਤਲਬ ਇਹ ਆ ਕਿ ਜੇਕਰ ਉਹਨਾਂ ਦਾ ਸਟਾਰਟ ਖਰਾਬ ਵੀ ਹੁੰਦਾ ਤਾਂ ਉਹ ਕਵਰ ਕਰ ਲੈਣਗੇ। ਬਾਕੀ ਜਿਹੜੇ ਕੈਂਡੀਡੇਟ ਦੀ ਸਪੀਡ ਇਸ ਟਾਈਮ ਦੇ 30 ਦੇ ਲਗਭਗ ਬਣ ਰਹੀ ਆ, ਉਹਨਾਂ ਦਾ ਵੀ ਪੂਰਾ ਚਾਂਸ ਆ, ਕਿਉਂਕਿ ਉਹਨਾਂ ਦੀ ਸਪੀਡ ਜਿਹੜੀ ਬਣ ਰਹੀ ਸੀ, ਪੰਜਾਬ ਐਗਜ਼ਾਮ ਪੋਰਟਲ ਲਾ ਲਈਏ ਆਪਾਂ, ਜਾਂ ਆਪਾਂ ਲਗਾ ਲਈਏ ਕਿ ਸਕਸੈਸ ਪਲੱਸ, ਇਹਦੇ ਵਿੱਚ ਕੁਝ ਪੈਰੇ ਔਖੇ ਵੀ ਸੀ। ਔਖੇ ਦਾ ਕਹਿਣ ਦਾ ਮਤਲਬ ਕਿ ਥੋੜ੍ਹੇ ਜਿਹੇ ਸਿੰਬਲ ਵੱਧ ਆਏ ਹੋਏ ਸੀ ਜੋ ਕਿ ਸਪੀਡ ਨੂੰ ਡਾਊਨ ਕਰਦੇ ਸੀ। ਸੋ ਤੁਹਾਡੀ ਸਪੀਡ ਘਰੇ 30-32 ਆ ਰਹੀ ਆ ਤਾਂ ਉੱਥੇ ਤੁਹਾਡੀ ਸਪੀਡ ਇੰਨੀ ਤਾਂ ਆਰਾਮ ਨਾਲ ਹੀ ਆ ਜਾਏਗੀ, ਕਿਉਂਕਿ ਉਹਦੇ ਵਿੱਚ ਜ਼ਿਆਦਾ ਸਿੰਬਲ ਯੂਜ਼ ਹੀ ਨਹੀਂ ਹੋਏ, ਸਿਰਫ ਅੱਖਰ ਵੱਡੇ ਯੂਜ਼ ਹੋਏ ਨੇ। ਸੋ ਇਹ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਜਿਹੜੇ ਵੀ ਕੈਂਡੀਡੇਟ ਦਾ, ਇੱਕ ਮੈਂ ਹੋਰ ਤੁਹਾਨੂੰ ਦੱਸਾਂ, ਜਿਹੜੇ ਵੀ ਕੈਂਡੀਡੇਟ ਦਾ IT ਕਲਰਕ ਦਾ ਜਾਂ ਆਉਣ ਵਾਲੀ ਹੁਣ ਜਿਨ੍ਹਾਂ ਦਾ ਕੱਲ੍ਹ ਨੂੰ ਪੇਪਰ ਹੈ, ਉਹ ਤਾਂ ਇਸ ਟਾਈਮ ਦੇ ਉੱਤੇ ਟਾਈਪਿੰਗ ਨਾ ਕਰ। ਜਿਨ੍ਹਾਂ ਦਾ IT ਕਲਰਕ ਜਾਂ ਅਕਾਊਂਟਸ ਕਲਰਕ ਦਾ ਪੇਪਰ ਹੈ, ਉਹ ਕੈਂਡੀਡੇਟ ਥੋੜ੍ਹਾ ਜਿਹਾ ਸਕਸੈਸ ਪਲੱਸ ਨਾਮ ਦੀ ਇੱਕ ਸਾਈਟ ਆਉਂਦੀ ਆ, ਅਤੇ ਉਹਦੇ ਉੱਤੇ ਤੁਸੀਂ ਨਾ ਥੋੜ੍ਹੇ ਜਿਹੇ ਵੱਡੇ ਪੈਰੇ ਲਾਓ। ਉਹਦੇ ਉੱਤੇ ਥੋੜ੍ਹੇ ਜਿਹੇ ਮਤਲਬ ਅੱਖਰ, ਥੋੜ੍ਹੇ ਜਿਹੇ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਥੋੜ੍ਹੇ ਜਿਹੇ ਵੱਡੇ ਅੱਖਰ ਦਿੱਤੇ ਹੋਏ ਨੇ, ਮਤਲਬ ਜੋ ਕਿ ਬਿਮਾਰੀਆਂ ਦੇ ਨਾਮ ਹੋ ਗਏ, ਜਾਂ ਇੰਗਲਿਸ਼ ਦੇ ਵਰਡ ਨੂੰ ਥੋੜ੍ਹੇ ਜਿਹੇ, ਜਦੋਂ ਇੰਗਲਿਸ਼ ਦੇ ਵਰਡ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਉਹ ਕੀਤੇ ਜਾਂਦੇ ਤਾਂ ਥੋੜ੍ਹੇ ਜਿਹੇ ਅੱਖਰਾਂ ਦੀ ਲੈਂਥ ਵੱਧ ਜਾਂਦੀ ਆ। ਸੋ ਤੁਸੀਂ ਕੋਸ਼ਿਸ਼ ਕਰੋ ਕਿ ਸਕਸੈਸ ਪਲੱਸ 'ਤੇ ਕੁਛ ਇੱਦਾਂ ਦੇ ਪੈਰੇ ਪਏ ਨੇ ਜਿਹੜੇ ਕਿ ਤੁਹਾਨੂੰ ਵੱਡੇ ਵੱਡੇ ਅੱਖਰਾਂ ਵਾਲੇ ਮਿਲਣਗੇ, ਠੀਕ ਆ। ਉਹਦੇ ਉੱਤੇ ਥੋੜ੍ਹੀ ਤੁਸੀਂ ਤਿਆਰੀ ਕਰ ਲਓ। ਐਗਜ਼ਾਮ ਪੋਰਟਲ 'ਤੇ ਵੀ ਕੁਛ ਪੈਰੇ ਇਹੋ ਜਿਹੇ ਹੈਗੇ ਨੇ ਜਿਹਦੇ ਉੱਤੇ ਤੁਸੀਂ ਵੱਡੇ ਵੱਡੇ ਅੱਖਰਾਂ ਦੇ ਉੱਤੇ ਆਪਣਾ ਤਿਆਰੀ ਕਰ ਸਕਦੇ ਹੋ। ਬਾਕੀ ਰਹੀ ਗੱਲ, ਇੱਕ ਹੋਰ ਡਾਊਟ ਆ ਰਿਹਾ ਸੀ ਕਿ ਆਪਣੀ ਜੋ ਕੈਟਾਗਰੀ ਆ ਫਿਜ਼ੀਕਲ ਹੈਂਡੀਕੈਪ ਕੈਟਾਗਰੀ, ਠੀਕ ਹੈ ਜੀ, ਫਿਜ਼ੀਕਲ ਹੈਂਡੀਕੈਪ ਕੈਟਾਗਰੀ ਦੀ ਕੁਐਰੀ ਆ ਰਹੀ ਸੀ ਬਾਰ-ਬਾਰ, ਮੈਨੂੰ ਪੂਰੀ ਤਰ੍ਹਾਂ ਨਾਲ ਸ਼ੋਰ ਨਹੀਂ ਸੀ ਪਹਿਲਾਂ। ਸੋ ਅੱਜ ਮੈਂ 4-5 ਕੈਂਡੀਡੇਟ ਦੇ ਮੈਨੂੰ ਮੈਸੇਜ ਆਏ ਸੀ, ਇਸੇ ਲਈ ਮੈਂ ਤੁਹਾਨੂੰ ਨਹੀਂ ਪਾਇਆ ਸੀ, ਕਿਉਂਕਿ ਮੈਨੂੰ ਅਜੇ ਤੱਕ ਬਿਲਕੁਲ ਵੀ ਉਹਦੀ ਕਲੈਰਿਟੀ ਨਹੀਂ ਸੀ। ਸੋ ਅੱਜ ਮੈਨੂੰ 4-5 ਕੈਂਡੀਡੇਟਸ ਦੇ ਮੈਸੇਜ ਆਏ ਕਿ ਉਹਨਾਂ ਨੂੰ 3 ਮਿੰਟ ਤਾਂ ਸ਼ਾਇਦ 3 ਮਿੰਟ ਦੇ ਆਸ-ਪਾਸ ਉਹਨਾਂ ਨੂੰ ਅਲੱਗ ਤੋਂ ਮਿਲ ਰਹੇ ਨੇ, ਠੀਕ ਆ। ਸੋ ਜਿਹੜੇ ਵੀ ਕੈਂਡੀਡੇਟ ਫਿਜ਼ੀਕਲ ਹੈਂਡੀਕੈਪ ਨੇ, ਠੀਕ ਆ ਜੀ, ਸੋ ਉਹਨਾਂ ਤੋਂ ਕੋਈ ਫਾਰਮ ਵਗੈਰਾ ਸਾਈਨ ਕਰਵਾਇਆ ਜਾਂਦਾ ਅਤੇ ਉਹਨਾਂ ਨੂੰ 3 ਮਿੰਟ ਅਲੱਗ ਤੋਂ ਦਿੱਤੇ ਜਾਂਦੇ ਨੇ, ਮਤਲਬ ਕਿ 10 ਮਿੰਟ ਦਾ ਪੈਰਾ ਤਾਂ ਉਹਨਾਂ ਨੂੰ 13 ਮਿੰਟ ਦਿੱਤੇ ਜਾ ਰਹੇ ਨੇ। ਸੋ ਇਹ ਜਾ ਕੇ ਤੁਸੀਂ ਦੇਖ ਸਕਦੇ ਹੋ ਆਪਣਾ। ਬਾਕੀ ਤੁਸੀਂ ਗੱਲ ਕਰ ਸਕਦੇ ਹੋ ਕਿਸੇ ਨਾਲ ਵੀ। ਸੋ ਮੇਰੀ ਅੱਜ 4-5 ਕੈਂਡੀਡੇਟ ਨਾਲ ਗੱਲ ਹੋਈ, ਉਹਨਾਂ ਸਾਰਿਆਂ ਨੇ ਮੈਨੂੰ ਇਹੀ ਕਿਹਾ ਕਿ 3 ਮਿੰਟ ਅਲੱਗ ਤੋਂ ਦਿੱਤੇ ਜਾਂਦੇ ਨੇ, ਠੀਕ ਹੈ ਜੀ। ਸੋ ਬਾਕੀ ਇਹ ਤੁਹਾਡੇ ਡਾਊਟ ਸੀਗੇ। ਅਤੇ ਇੱਕ ਗਰੋਸ ਸਪੀਡ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਜਿਹੜੇ ਕੈਂਡੀਡੇਟ ਦੀ 30 ਉੱਥੇ ਗਰੋਸ ਸਪੀਡ ਆਈ ਹੋਈ ਆ, ਠੀਕ ਹੈ ਜੀ, ਜਿਹੜੇ ਵੀ ਕੈਂਡੀਡੇਟ ਦੀ ਉੱਥੇ 30 ਗਰੋਸ ਸਪੀਡ ਆਈ ਹੋਈ ਆ, ਉਹ ਕੈਂਡੀਡੇਟ ਪਾਸ ਆ। ਤੁਹਾਡੇ ਉੱਤੇ ਕੰਪਿਊਟਰ ਸਕਰੀਨ ਦੇ ਉੱਤੇ ਗਰੋਸ ਸਪੀਡ ਜੇਕਰ 30 ਆ ਗਈ ਹੋਈ ਆ ਤਾਂ ਤੁਸੀਂ ਪਾਸ ਹੋ। ਨੈੱਟ ਸਪੀਡ ਚਾਹੇ ਤੁਹਾਡੀ 29 ਰਹੀ ਆ, ਚਾਹੇ 28 ਰਹੀ ਆ, ਜੇਕਰ ਤੁਹਾਡੀ ਮੰਨ ਲਓ 29 ਨੈੱਟ ਸਪੀਡ ਆ, ਥੋੜ੍ਹਾ ਜਿਹਾ ਕੈਂਡੀਡੇਟ ਇਸ ਚੀਜ਼ ਨੂੰ ਲੈ ਕੇ ਘਬਰਾ ਰਹੇ ਨੇ। ਸੋ ਇਹਦਾ ਕੋਈ ਮੈਟਰ ਨਹੀਂ ਗਾ, ਕਿਉਂਕਿ ਨੈੱਟ ਸਪੀਡ ਗਰੋਸ ਦੇ ਵਿੱਚੋਂ ਜਦੋਂ ਤੁਹਾਡੇ ਐਰਰ ਮਾਈਨਸ ਹੋ ਜਾਂਦੇ ਨੇ, ਠੀਕ ਆ, ਗਰੋਸ ਦੇ ਵਿੱਚੋਂ ਐਰਰ ਮਾਈਨਸ ਹੋ ਜਾਂਦੇ ਨੇ, ਤੁਹਾਡੇ ਨੈੱਟ ਸਪੀਡ ਨਿਕਲੇ ਆਉਂਦੀ ਹੁੰਦੀ ਆ। ਬਟ ਆਪਾਂ ਨੈੱਟ ਜੇਕਰ ਆਪਣੇ ਲੈਸ ਵੀ ਹੋ ਰਹੇ ਨੇ, ਮਤਲਬ ਐਰਰ ਮਾਈਨਸ ਹੋ ਰਹੇ ਨੇ, ਤਾਂ ਨੈੱਟ ਸਪੀਡ ਤਾਂ ਪਤਾ ਹੀ ਆ ਕਿ ਥੱਲੇ ਜਾਏਗੀ ਹੋਈ ਆਪਣੀ, ਠੀਕ ਆ, ਉਹਦਾ ਕੋਈ ਇਸ਼ੂ ਨਹੀਂ। ਪਰ ਆਪਣਾ ਜੇਕਰ ਤੁਸੀਂ PSSB ਕਲਰਕ ਦੀਆਂ ਇੰਸਟਰਕਸ਼ਨ ਪੜ੍ਹੋਗੇ ਤਾਂ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਸਪੀਡ ਜਿਹੜੀ ਆ ਗਰੋਸ ਸਪੀਡ ਦੇ ਹਿਸਾਬ ਨਾਲ ਟਾਈਪਿੰਗ ਟੈਸਟ ਦਾ ਜਿਹੜਾ ਕੁਆਲੀਫਿਕੇਸ਼ਨ ਆ ਉਹ ਤੈਅ ਕੀਤੀ ਜਾਏਗੀ। ਤੁਸੀਂ ਜਾ ਕੇ ਦੇਖ ਵੀ ਸਕਦੇ ਹੋ, ਠੀਕ ਆ। ਸੋ ਇੰਸਟਰਕਸ਼ਨ ਨੂੰ ਚੰਗੀ ਤਰ੍ਹਾਂ ਪੜ੍ਹੋ। ਸੋ ਇਸ ਟਾਈਮ ਦੇ ਉੱਤੇ ਮੈਨੂੰ ਲਾਈਨ ਯਾਦ ਨਹੀਂ ਗੀ, ਦੇਖ ਕੇ ਮੈਂ ਤੁਹਾਨੂੰ ਹੁਣੇ ਇੱਕ ਵਾਰ ਦੱਸ ਵੀ ਦਿੰਦਾ ਮੈਂ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਆਹ PSSB ਦੀਆਂ ਇੰਸਟਰਕਸ਼ਨ ਨੇ। ਕਲੀਅਰ ਦੀ ਟੈਸਟ ਦੇਖੋ, ਧਿਆਨ ਨਾਲ ਦੇਖੋ ਨਾ। ਕਲੀਅਰ ਦੀ ਟੈਸਟ ਦਾ ਕੈਂਡੀਡੇਟ ਮਸਟ ਹੈਵ ਏ ਮਿਨੀਮਮ ਗਰੋਸ ਟਾਈਪਿੰਗ ਸਪੀਡ। ਗਰੋਸ ਟਾਈਪਿੰਗ ਸਪੀਡ 30 ਵਰਡ ਪਰ ਮਿੰਟ ਹੋਣੀ ਚਾਹੀਦੀ ਆ ਪੰਜਾਬੀ ਤੇ ਅੰਗਰੇਜ਼ੀ, ਤੇ ਮੈਕਸਿਮਮ 8% ਮਿਸਟੇਕ ਜਾਇਜ਼ ਨੇ, ਠੀਕ ਆ। ਪਰਮਿਸ਼ਨਲ will to pass the test, meaning thereby that at least 92% accuracy is required in addition to the typing test। ਬਸ ਸਿੰਪਲ ਜੀ ਗੱਲ ਆ। ਜਦ ਇਹਨਾਂ ਨੇ ਇੰਸਟਰਕਸ਼ਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਗਾ ਨੈੱਟ ਸਪੀਡ ਦਾ ਜਸਟ ਉਹਨਾਂ ਨੇ ਫਾਰਮੂਲਾ ਦਿੱਤਾ ਹੋਇਆ ਵਾ ਕਿ ਹਾਂ ਨੈੱਟ ਸਪੀਡ ਕਿਹੜੀ ਹੁੰਦੀ ਆ ਤੇ ਗਰੋਸ ਸਪੀਡ ਕਿਹੜੀ ਹੁੰਦੀ ਆ। ਕੈਂਡੀਡੇਟ ਇਹਦੇ ਵਿੱਚ ਕਨਫਿਊਜ਼ ਹੋ ਰਹੇ ਨੇ ਜ਼ਿਆਦਾਤਰ। ਸੋ ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ ਕਿ ਜਿਨ੍ਹਾਂ ਦੀ ਗਰੋਸ ਸਪੀਡ 30 ਵਰਡ ਬਣ ਰਹੀ ਆ, ਉਹ ਕੈਂਡੀਡੇਟ ਜਿਨ੍ਹਾਂ ਦਾ ਉਹਦੇ ਲਿਖਿਆ 30 ਵਰਡ ਆ ਗਏ ਤੇ 1500 ਕਰੈਕਟਰ ਜਾਂ ਉਸ ਤੋਂ ਵੱਧ ਕਰੈਕਟਰ ਉਹਦੇ ਟਾਈਪ ਹੋ ਗਏ ਤੇ 92 ਤੋਂ ਥੱਲੇ ਉਹਨਾਂ ਦੀ ਐਕੂਰੇਸੀ ਨਹੀਂ ਗਿਰੀ, ਉਹ 100% ਪਾਸ ਨੇ, ਠੀਕ ਆ। ਸੋ ਬਾਰ-ਬਾਰ ਇਹ ਚੀਜ਼ ਨੂੰ ਲੈ ਕੇ ਕਨਫਿਊਜ਼ ਨਾ ਹੋਵੋ, ਤੁਸੀਂ ਕਿਸੇ ਦਾ ਮਗਰ ਨਾ ਲੱਗੋ। ਜਿਹੜੇ ਅਫੀਸ਼ੀਅਲ ਤੁਹਾਡਾ ਨੋਟੀਫਿਕੇਸ਼ਨ ਆਇਆ ਵਾ ਉਹਦੇ ਉੱਤੇ ਤੁਸੀਂ ਜ਼ਿਆਦਾ ਧਿਆਨ ਦਿਓ। ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਕਿਹਦੇ ਕਰਕੇ ਕੈਂਡੀਡੇਟ ਕਨਫਿਊਜ਼। ਸੋ ਇਹਨੂੰ ਦੇਖ ਕੇ ਤੁਸੀਂ ਕਨਫਿਊਜ਼ ਹੋ ਰਹੇ ਆ। ਇਹਦੇ ਵਿੱਚ ਜਸਟ ਉਹਨਾਂ ਨੇ ਇਹ ਚੀਜ਼ ਕਿਹਾ ਕਿ ਗਰੋਸ ਕਰੈਕਟਰ ਹੁੰਦੇ ਆ ਜਿੰਨੇ ਤੁਸੀਂ ਕਰੈਕਟਰ ਟਾਈਪ ਕੀਤੇ ਆ।
ਐਰਰ ਹੁਣ ਜਿਵੇਂ ਮੰਨ ਲਓ ਤੁਹਾਡਾ ਇੱਕ ਵਰਡ ਤੁਹਾਡਾ ਕਰੈਕਟਰ ਦਾ ਤੁਸੀਂ ਉਹ ਕਰਤਾ, ਤੁਹਾਨੂੰ 5 ਨਾਲ ਮਲਟੀਪਲਾਈ ਕਰਕੇ ਇੱਕ ਵਰਡ ਗਲਤ ਹੋ ਜਾਂਦਾ ਵਾ, ਠੀਕ ਆ। ਇਹ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ। ਹੁਣ ਉਹਨਾਂ ਨੇ ਨੈਟ ਕਰੈਕਟਰ ਕਿਹਾ, ਉਹਨਾਂ ਨੇ ਜਸਟ ਇੱਕ ਸਪੀਡ, ਇੱਕ ਪਰਸੈਂਟੇਜ ਉਹਨਾਂ ਨੇ ਕਿਹਾ ਕਿ ਐਕੂਰੇਸੀ ਕਿੱਦਾਂ ਪਰਸੈਂਟ ਕੀਤੀ ਜਾਂਦੀ ਆ। ਗ੍ਰੋਸ ਸਪੀਡ ਦੇ ਵਿੱਚੋਂ ਤੁਹਾਡੀ ਜਿੱਦਾਂ ਕਿ ਤੁਸੀਂ ਆਹ ਲਗਾ ਲਓ, ਮੈਂ ਤੁਹਾਨੂੰ ਆਖਰ ਤੇ ਦਿਖਾ ਦੇਣਾ, ਗ੍ਰੋਸ ਸਪੀਡ ਆਲਵੇਜ਼ ਇੰਟੀਜਰ ਦੇ ਵਿੱਚ ਆਊਗੀ। ਤਾਂ ਤੁਹਾਡੀ ਉੱਥੇ ਜੇਕਰ ਤੁਸੀਂ ਕਿਤੇ ਵੀ ਜੇਕਰ ਤੁਹਾਡੀ 298 29.8 ਸਪੀਡ ਆ ਤਾਂ ਉਹ 29 ਸ਼ੋ ਹੋਊਗੀ। ਆਹ ਦੇਖੋ ਸਾਫ਼-ਸਾਫ਼ ਲਿਖਿਆ ਹੋਇਆ ਨਾ, ਜੇਕਰ ਤੁਸੀਂ 298 ਵਰਡ ਉੱਥੇ ਟਾਈਪ ਕੀਤੇ ਨੇ, ਠੀਕ ਆ, ਤੁਸੀਂ ਪੂਰੇ 1500 ਕਰੈਕਟਰ ਤੇ 300 ਵਰਡ ਟਾਈਪ ਨਹੀਂ ਕੀਤੇ ਤਾਂ ਉਹ ਜ਼ਰੂਰੀ ਨਹੀਂ ਉਹ 330 ਵਰਡ ਗ੍ਰੋਸ ਸਪੀਡ ਕਦੇ ਨਹੀਂ ਆਊਗੀ। ਜੇਕਰ ਤੁਹਾਡੀ ਉੱਥੇ 30 ਲਿਖੀ ਆ ਰਹੀ ਹੈ ਇਹਦਾ ਮਤਲਬ ਤੁਸੀਂ 300 ਤੋਂ ਇੱਕ ਨੰਬਰ ਜਾਂ 300 ਤੋਂ ਇੱਕ ਵੀ ਵੱਧ ਕੀਤਾ ਵਾ, ਠੀਕ ਆ, ਟਾਈਪ, ਤਾਂ ਹੀ 30 ਆਊਗੀ। ਉੱਥੇ ਕਿਤੇ ਵੀ ਤੁਹਾਡੇ 29 ਨੈਟ ਗ੍ਰੋਸ ਸਪੀਡ ਕਿਤੇ ਵੀ ਲਿਖੀ ਹੋਈ ਨਹੀਂ ਆਏਗੀ, ਠੀਕ ਆ। ਜੇਕਰ ਤੁਹਾਡੀ 29 ਗ੍ਰੋਸ ਸਪੀਡ ਲਿਖੀ ਹੋਈ ਆਈ ਆ ਤਾਂ ਇਹਦਾ ਮਤਲਬ ਤੁਸੀਂ 300 ਵਰਡ ਟਾਈਪ ਨਹੀਂ ਕੀਤਾ, ਫਿਰ ਤੁਸੀਂ 100% ਫੇਲ ਹੋ। ਉਹੀ ਮੈਂ ਤੁਹਾਨੂੰ ਬਾਰ-ਬਾਰ ਕਹਾਂ ਕਿ 100% ਤੁਸੀਂ ਫੇਲ ਹੋ ਜੇਕਰ ਤੁਹਾਡੀ ਸਪੀਡ ਉੱਥੇ ਗ੍ਰੋਸ ਸਪੀਡ 29 ਆਈ ਹੋਈ ਆ, ਸਾਫ਼ ਲਿਖਿਆ ਹੋਇਆ ਇਹਨਾਂ ਨੇ, ਠੀਕ ਆ। ਸੋ ਇਹ 'ਚ ਕਨਫਿਊਜ਼ ਨਾ ਹੋਇਓ ਕਿ ਇਸ ਤਰ੍ਹਾਂ ਕਿਉਂ ਆ ਰਿਹਾ ਵਾ। 29 ਦੇ ਉੱਤੇ ਮੈਨੂੰ ਪਤਾ ਬਹੁਤ ਸਾਰੇ ਕੈਂਡੀਡੇਟ ਕਹਿ ਰਹੇ ਨੇ ਕਿ ਨੈਟ ਸਪੀਡ ਦੇ ਉੱਤੇ ਰੈੱਡ ਮਾਰਕ ਆ ਰਿਹਾ। ਰੈੱਡ ਮਾਰਕ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਫੇਲ ਹੋ ਗਏ ਹੋ, ਉਹਦਾ ਮਤਲਬ ਇਹ ਆ ਕਿ ਉਹਨਾਂ ਦੀ ਸੌਫਟਵੇਅਰ ਦੀ ਸੈਟਿੰਗ ਕੁਛ ਇਸ ਹਿਸਾਬ ਨਾਲ ਕੀਤੀ ਹੁੰਦੀ ਆ, ਇਸ ਲਈ ਉਹ ਉੱਥੇ ਰੈੱਡ ਆ ਰਿਹਾ ਵਾ ਕਿ ਨੈਟ ਮਾਰਕ ਜਿਹੜਾ ਆਪਣੇ 30 ਤੋਂ ਥੱਲੇ ਚਲਾ ਗਿਆ, ਠੀਕ ਆ। ਸੋ ਉਹਦੀ ਕੋਈ ਦਿੱਕਤ ਵਾਲੀ ਗੱਲ ਨਹੀਂ। ਜਦੋਂ ਉਹਨਾਂ ਨੇ ਸਪੀਡ ਕੈਲਕੂਲੇਟ ਕੀ, ਉਹ ਜਦ ਸਾਫ਼ ਮੈਂ ਤੁਹਾਨੂੰ ਉੱਪਰ ਲਿਖਿਆ ਗਿਆ ਦਿਖਾਤਾ ਕਿ ਉਹਨਾਂ ਨੇ ਕੈਲਕੂਲੇਟ ਕਰਨੀ ਆ। ਜਸਟ ਇਹ ਐਕੂਰੇਸੀ ਫਾਈਂਡ ਕਰਨ ਦਾ ਉਹਨਾਂ ਦਾ ਫਾਰਮੂਲਾ ਵਾ ਨੈਟ ਕਰੈਕਟਰ। ਉਹ ਸਾਰਾ ਸੌਫਟਵੇਅਰ ਦੇ ਵਿੱਚ ਸੈਟਿੰਗ ਇੰਨੀ ਕੀਤੀ ਹੁੰਦੀ ਆ ਕਿ ਤੁਹਾਨੂੰ ਟਾਈਪਿੰਗ ਟੈਸਟ ਦੀ ਪੂਰੀ ਕੱਲੀ ਡਿਟੇਲ ਹੋਵੇ ਕਿ ਨੈਟ ਮੇਰੇ ਕਿੰਨੇ ਕਰੈਕਟਰ ਹੋ ਗਏ, ਨੈਟ ਸਪੀਡ ਕਿੰਨੀ ਆ, ਗ੍ਰੋਸ ਕਿੰਨੀ ਆ, ਕਿੰਨੀ ਐਕੂਰੇਸੀ ਆ, ਕਿੰਨੀਆਂ ਮਿਸਟੇਕ ਨੇ। ਸੋ ਇਹਦੇ ਲਈ ਇਹ ਚੀਜ਼ ਐਡ ਕੀਤੀ ਹੁੰਦੀ ਆ। ਬਾਕੀ ਆਲ ਦੀ ਬੈਸਟ, ਆਈ ਹੋਪ ਕਿ ਤੁਹਾਨੂੰ ਹੁਣ ਇਹ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ। ਆ ਦੇਖੋ, ਆ ਸਾਰਾ ਕੁਝ ਉਹਨਾਂ ਨੇ ਦਿੱਤਾ ਹੋਇਆ ਵਾ, ਇਹਦੇ ਵਿੱਚ ਕੋਈ ਵੀ ਆਪਾਂ ਨੂੰ ਇਹਦੇ ਵਿੱਚ ਦੇਖਣ ਦੀ ਜ਼ਰੂਰਤ ਨਹੀਂ। ਉਹ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸਿਆ ਹੀ ਹੋਇਆ ਵਾ, ਪਿਛਲੀ ਵੀਡੀਓਜ਼ ਦੇ ਵਿੱਚ ਮੈਂ ਬਾਰ-ਬਾਰ ਦੱਸ ਚੁੱਕਿਆ ਵਾਂ, ਸੋ ਬਾਰ-ਬਾਰ ਆਪਾਂ ਰਿਪੀਟ ਨਹੀਂ ਕਰਾਂਗੇ। ਸੋ ਇਹ ਤੁਹਾਡੇ ਡਾਊਟ ਸੀ। ਸੋ ਜਿਹੜੇ ਵੀ ਕੈਂਡੀਡੇਟ ਦਾ 25 ਤਰੀਕ ਨੂੰ ਟੈਸਟ ਹੈ, ਉਹ ਕੈਂਡੀਡੇਟ ਆਪਣਾ ਕੌਨਫੀਡੈਂਸ ਦੇ ਨਾਲ ਜਾਓ, ਘਬਰਾਉਣਾ ਨਹੀਂ। ਉੱਥੇ ਜਦ ਸਾਰੇ ਕੈਂਡੀਡੇਟ ਟਾਈਪਿੰਗ ਟੈਸਟ ਪਾਸ ਕਰ ਰਹੇ ਨੇ, ਜਿਹੜੇ ਆਪਣੇ ਨਹੀਂ ਘਬਰਾ ਰਹੇਗੇ, ਤਾਂ ਤੁਹਾਡਾ ਵੀ 100% ਪਾਸ ਹੋਏਗਾ, ਠੀਕ ਹੈ। 100% ਮੈਂ ਕਹਿ ਰਿਹਾ, 100% ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿ 100% ਜੇਕਰ ਤੁਸੀਂ ਨਹੀਂ ਘਬਰਾਓਗੇ। ਜੇਕਰ ਤੁਸੀਂ ਘਬਰਾ ਵੀ ਗਏ, ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਪਹਿਲੇ 2 ਪੈਰੇ ਦੇ ਵਿੱਚ ਜੇਕਰ ਤੁਸੀਂ ਘਬਰਾ ਗਏ ਤਾਂ ਵੀ ਇੰਨਾ ਸੌਖਾ ਪੈਰਾ ਆ ਰਿਹਾ ਕਿ ਜੇਕਰ ਤੁਸੀਂ ਉਸੇ ਟਾਈਮ ਦੇ ਉੱਤੇ ਆਪਦੇ ਆਪ ਨੂੰ ਕੰਟਰੋਲ ਕਰ ਲਿਆ ਤਾਂ ਵੀ ਤੁਹਾਡਾ ਪੈਰਾ ਆਰਾਮ ਦੇ ਨਾਲ ਤੁਸੀਂ ਆਪਦਾ ਟਾਈਪਿੰਗ ਟੈਸਟ ਕਲੀਅਰ ਕਰ ਲਓਗੇ, ਠੀਕ ਆ। ਕਹਿਣ ਦੇ ਮੁਤਾਬਕ ਜਿਹੜੇ ਕੈਂਡੀਡੇਟ ਨੇ ਟਾਈਪਿੰਗ ਟੈਸਟ ਦਿੱਤਾ ਵਾ, ਠੀਕ ਆ। ਲਗਭਗ ਹਰੇਕ ਕੈਂਡੀਡੇਟ ਨੂੰ ਸਟਾਰਟਿੰਗ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਫੇਸ ਕਰਨੀ ਪਈ ਆ। ਸੋ ਉਹ ਥੋੜਾ ਜਿਹਾ ਹੌਲੀ ਤੁਸੀਂ ਟਾਈਪ ਕਰ ਦਿਓ। ਜੇਕਰ ਤੁਹਾਡੀ ਘਰੇ ਵਧੀਆ ਸਪੀਡ ਬਣ ਗਿਆ, ਤੁਸੀਂ ਆਰਾਮ ਦੇ ਨਾਲ ਉਹਨੂੰ ਕਵਰ ਕਰ ਲਓਗੇ, ਠੀਕ ਹੈ ਜੀ। ਸੋ ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਜਾਂ ਅਪਡੇਟ 'ਚ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਅਗਲੀ ਕੋਈ ਵੀ ਲੇਟੈਸਟ ਅਪਡੇਟ ਤੇ ਜੀਕੇ ਦੀ ਤਿਆਰੀ ਆਪਾਂ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਕਰ ਰਹੇ ਹਾਂ। ਤੇ 1 ਅਗਸਤ ਤੋਂ, ਅਜੇ ਫਿਲਹਾਲ ਆਪਣੀਆਂ ਕਲਾਸਾਂ ਥੋੜ੍ਹੀਆਂ ਜਿਹੀਆਂ ਰੁਕੀਆਂ ਹੋਈਆਂ ਨੇ, ਤਾਂ 1 ਅਗਸਤ ਤੋਂ ਆਪਣੀਆਂ ਕਲਾਸਾਂ ਦੁਬਾਰਾ ਸਟਾਰਟ ਹੋ ਜਾਣਗੀਆਂ। ਟੋਟਲ ਆਪਣੀਆਂ 85 ਕਲਾਸਾਂ ਹੋ ਚੁੱਕੀਆਂ ਨੇ, ਠੀਕ ਹੈ। 85-86 ਕਲਾਸਾਂ ਹੋ ਚੁੱਕੀਆਂ ਨੇ। ਸੋ ਜੀਕੇ ਦੇ 50 ਨੰਬਰ ਦੀ ਆਪਾਂ ਤਿਆਰੀ ਕਰ ਰਹੇ ਹਾਂ। ਸੋ ਕਾਫੀ ਕਲਾਸਾਂ ਆਪਾਂ ਕਰ ਰਹੇ ਹਾਂ। ਜੋ ਵੀ ਟੌਪਿਕ ਰਹਿੰਦੇ ਨੇ 1 ਅਗਸਤ ਤੋਂ ਆਪਣੇ ਸ਼ੁਰੂ ਹੋਣਗੇ ਦੁਬਾਰਾ ਫਿਰ, ਠੀਕ ਹੈ ਜੀ। ਧੰਨਵਾਦ ਜੀ। ਸਬਸਕ੍ਰਾਈਬ ਜ਼ਰੂਰ ਕਰੋ ਜੀ।